कि दो दो ਲਾਪਰਵਾਹੀਆਂ ਸਾਹਮਣੇ ਆ ਰਹੀਆਂ ਨੇ। ਇੱਕ ਪਾਸੇ ਤਾਂ 5 ਮਿੰਟ ਦੇ ਵਿੱਚ ਪੋਜ਼ਿਟਿਵ ਦੱਸ ਦਿੱਤਾ ਜਾਂਦਾ, ਜਦਕਿ ਦੂਜੇ ਪਾਸੇ ਤਾਂ 20 ਦਿਨ ਤੱਕ ਰਿਪੋਰਟ ਨਹੀਂ ਦਿੱਤੀ ਜਾ ਰਹੀ। ਤਾਂ ਸਵਾਲਾਂ ਦੇ ਘੇਰੇ ਦੇ ਵਿੱਚ ਸਿੱਧੇ ਤੌਰ ਤੇ ਕਪੂਰਥਲਾ ਦਾ ਸਿਵਲ ਹਸਪਤਾਲ। ਜਗਜੀਤ ਤੰਜੂ ਮੇਰੇ ਸਹਿਯੋਗੀ ਜ਼ਿਆਦਾ ਜਾਣਕਾਰੀ ਦੇ ਲਈ ਜੁੜੇ ਹੋਏ ਨੇ। ਤਾਂ ਜਗਜੀਤ, ਇੱਕ ਨਹੀਂ ਬਲਕਿ ਦੋ ਅਜਿਹੇ ਕਾਰਨਾਮੇ ਜਿਸ ਦੇ ਨਾਲ ਸਵਾਲ ਤਾਂ ਉੱਠਣੇ ਲਾਜ਼ਮੀ ਨੇ। ਫਿਲਹਾਲ ਕੀ ਕੁਝ ਕਹਿ ਰਿਹਾ ਪ੍ਰਸ਼ਾਸਨ, ਇਹ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਜਗਜੀਤ ਤੰਜੂ, ਤੁਸੀਂ ਬਣੇ ਰਹੋ ਸਾਡੇ ਨਾਲ। ਡਾਕਟਰ ਜਸਮੀਤ ਕੌਰ ਸੀਐਮਓ ਕਪੂਰਥਲਾ ਤੋਂ ਜੁੜ ਗਏ ਨੇ। ਤਾਂ ਡਾਕਟਰ ਜਸਮੀਤ ਕੌਰ ਜੀ, ਸਭ ਤੋਂ ਪਹਿਲਾਂ ਇਹ ਜਾਣਨਾ ਚਾਹਾਂਗੇ ਕਿ ਕੋਰੋਨਾ ਦਾ ਟੈਸਟ ਜਦੋਂ ਕਰਵਾਇਆ ਜਾਂਦਾ ਤਾਂ ਉਸ ਦੀ ਰਿਪੋਰਟ ਆਉਣ ਦੇ ਵਿੱਚ ਕਿੰਨੇ ਦਿਨ ਲਗਾਉਂਦੇ ਹੋ ਤੁਸੀਂ, ਯਾਨੀ ਕਿੰਨੇ ਦਿਨਾਂ ਬਾਅਦ ਰਿਪੋਰਟ ਮਰੀਜ਼ ਨੂੰ ਦਿੰਦੇ ਹੋ? ਦੇਖੋ ਜੀ, ਇਹ ਡਿਪੈਂਡ ਕਰਦਾ ਹੈ ਕਿ ਤਿੰਨ ਤਰ੍ਹਾਂ ਦੇ ਟੈਸਟ ਕਰ ਰਹੇ ਹਾਂ। ਐਂਟੀਜਨ ਟੈਸਟ ਵੀ ਹੁੰਦਾ ਹੈ, ਟ੍ਰੀਨੈਟ ਟੈਸਟ ਵੀ ਹੁੰਦਾ ਹੈ, ਆਰਟੀਪੀਸੀਆਰ ਵੀ ਹੁੰਦਾ ਹੈ। ਸੋ ਇਹ ਡਿਪੈਂਡ ਕਰਦਾ ਕਿ ਕਿਹੜਾ ਟੈਸਟ ਹੋਇਆ। ਜਿਹੜਾ ਜੇ ਤੁਸੀਂ ਰੈਪਿਡ ਐਂਟੀਜਨ ਟੈਸਟ ਕਰਦੇ ਹੋ ਤਾਂ ਉਸ ਦੀ ਰਿਪੋਰਟ ਕਿੰਨੇ ਸਮੇਂ ਦੇ ਵਿੱਚ ਦਿੰਦੇ ਹੋ? ਉਹਦੀ ਤੇ ਦੇਖੋ ਜੀ, ਵਿਦਿਨ ਐਨੀ ਟਾਈਮ, ਵਿਦਿਨ 20 to 30 ਮਿੰਟਸ ਆ ਜਾਂਦੀ ਹੈ। 20 to 30 ਮਿੰਟਸ ਤੁਸੀਂ ਕਹਿ ਰਹੇ ਹੋ, ਪਰ ਇੱਥੇ ਤਾਂ 5 ਮਿੰਟ ਦੇ ਵਿੱਚ ਰਿਪੋਰਟ ਦਿੱਤੀ ਗਈ। ਉਸ ਤੋਂ ਪਹਿਲੇ ਵੀ ਆ ਸਕਦੀ ਹੈ। ਇਫ ਅ ਪੇਸ਼ੈਂਟ ਇਜ਼ ਸਟਰੋਂਗਲੀ ਪੋਜ਼ਿਟਿਵ ਤਾਂ ਉਹਦਾ ਇਮੀਡੀਏਟਲੀ ਰਿਐਕਸ਼ਨ ਆ ਜਾਂਦਾ ਹੈ। ਅਦਰਵਾਈਜ਼ ਵੀ ਵੇਟ ਟਿਲ 20 to 30 ਮਿੰਟਸ ਕਿ ਰਿਐਕਸ਼ਨ ਆ ਰਿਹਾ ਹੈ ਕਿ ਨਹੀਂ ਆ ਰਿਹਾ। ਯਾਨੀ ਕਿ ਤੁਹਾਡੇ ਕਹਿਣ ਦਾ ਮਤਲਬ ਕਿ 5 ਮਿੰਟ ਦੇ ਵਿੱਚ ਵੀ ਰਿਪੋਰਟ ਆ ਜਾਂਦੀ ਹੈ? ਹਾਂਜੀ ਆ ਸਕਦੀ ਹੈ। ਡਿਪੈਂਡਸ ਅਪਨ ਦ ਵਿਰੂਲੈਂਸ ਆਫ ਦ ਵਾਇਰਸ, ਕਿੰਨਾ ਲੋਡ ਹੈ ਉਹਦੇ ਅਕੋਰਡਿੰਗ ਵੀ ਆ ਸਕਦੀ ਹੈ। ਤਾਂ ਡਾਕਟਰ ਜਸਮੀਤ ਕੌਰ, ਤੁਹਾਨੂੰ ਪਤਾ ਹੈ ਕਿ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਹਸਪਤਾਲ ਦੇ ਬਾਹਰ? ਹਸਪਤਾਲ ਕੇ ਇੱਕ ਨਿੱਜੀ ਹਸਪਤਾਲ ਦੇ ਬਾਹਰ ਹੀ ਮੌਤ ਹੋਈ ਹੈ, ਕਿਉਂਕਿ ਜਦੋਂ ਸਿਵਲ ਹਸਪਤਾਲ ਗਿਆ ਤਾਂ ਇਹ ਕਹਿ ਕੇ ਉਸ ਨੂੰ ਵਾਪਸ ਭੇਜ ਦਿੱਤਾ ਕਿ ਇੱਥੇ ਬੈੱਡ ਖਾਲੀ ਨਹੀਂ ਹੈ। 5 ਮਿੰਟ ਦੇ ਵਿੱਚ ਉਸ ਨੂੰ ਕਹਿ ਦਿੱਤਾ ਗਿਆ ਕਿ ਜਲੰਧਰ ਤੁਸੀਂ ਚਲੇ ਜਾਓ। ਨਹੀਂ ਜੀ, ਇਹ ਬਿਲਕੁਲ ਗਲਤ ਹੈ। ਨਹੀਂ, ਇਹ ਪੇਸ਼ੈਂਟ ਸਾਡੇ ਸਿਵਲ ਹਸਪਤਾਲ ਜ਼ਰੂਰ ਆਇਆ ਸੀਗਾ। ਇਹ ਗੈਸਟਿੰਗ ਸੀਗਾ, ਕਾਫੀ ਲਾਸਟ ਸਟੇਜ ਤੇ ਆਇਆ ਹੈ। ਇਹਨੂੰ ਕਾਰਚ ਲੱਗ ਗਿਆ, ਆਕਸੀਜਨ ਅਸੀਂ ਇਹਦੇ ਵੀ ਈਐਮਓ ਐਸ ਪਰ ਰਿਜ਼ਰਵੇਸ਼ਨ ਉਹਨੂੰ ਕਾਰਚ ਹੀ ਲਗਾਈ ਗਈ, ਆਕਸੀਜਨ ਲਗਾ ਦਿੱਤੀ ਗਈ, ਉਹਦਾ ਟੈਸਟ ਵੀ ਕਾਰਚ ਹੀ ਕਰ ਦਿੱਤਾ ਗਿਆ। और फिर उन्होंने ਜਿਹੜਾ आइसोलेशन सेंटर शिफ्ट करने के इस पेशेंट में पिछले 5-6 दिन तो बुखार था। तो ये साढ़े को 3 दिन बाद लास्ट स्टेज पे आया। आइसोलेशन नहीं है कि इन्हें सीधा जलंधर लाए गए। तो पेशेंट पे ਜਿਹੜਾ ਸਾਡਾ ਈਐਮ ਔਨ ਡਿਊਟੀ ਸੀਗਾ, ਉਹਨੇ ਸਾਡਾ ਜਿਹੜਾ ਮੈਡੀਕਲ ਸਪੈਸ਼ਲਿਸਟ ਆਈਸੋਲੇਸ਼ਨ ਵਿੱਚ ਤੈਨਾਤ ਹੁੰਦਾ ਉਹਨੂੰ ਹੀ ਫੋਨ ਕੀਤਾ ਕਿ ਵੇਅਰ ਆਰ ਦੇ ਬਟ ਇਹਨਾਂ ਨੇ ਆਈਸੋਲੇਸ਼ਨ ਸਾਡਾ ਸੈਂਟਰ ਜਿਹੜਾ ਬਣਿਆ ਹੋਇਆ ਫॉर ਲੈਵਲ 2 ਉੱਥੇ ਨਹੀਂ ਲੱਗੇ ਗਏ ਤੇ ਇਹ ਸਿੱਧਾ ਜਲੰਧਰ ਲੈ ਗਏ। ਚਲੋ ਜਸਮੀਤ ਕੌਰ ਜੀ, ਇਸ ਮਾਮਲੇ ਦੇ ਵਿੱਚ ਮੰਨ ਲੈਂਦੇ ਆ ਕਿ ਤੁਸੀਂ ਕਿਹਾ ਕਿ ਉਹ ਜਲੰਧਰ ਲੈ ਕੇ ਪਰਿਵਾਰ ਵਾਲੇ, ਪਰ ਕਿਤੇ ਤਾਂ 5 ਮਿੰਟ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਟੈਸਟ ਦੀ ਰਿਪੋਰਟ ਦੇ ਦਿੱਤੀ ਜਾਂਦੀ ਹੈ, ਤੇ ਕਿਤੇ ਤਾਂ ਦੂਜਾ ਪੇਸ਼ੈਂਟ ਹੈ ਜਿਹੜਾ 20 ਦਿਨ ਤੋਂ ਕਹਿ ਰਿਹਾ ਕਿ ਮੈਂ ਹਸਪਤਾਲ ਦੇ ਚੱਕਰ ਕੱਟ ਰਿਹਾ, 20 ਦਿਨ ਤੋਂ ਰਿਪੋਰਟ ਉਸਦੀ ਨਹੀਂ ਦਿੱਤੀ ਗਈ। ਕਿੰਨੀ ਵੱਡੀ ਲਾਪਰਵਾਹੀ ਹੈ। ਦੇਖੋ ਜੀ, ਨਹੀਂ, ਇਹ ਦੈਟ ਇਜ਼ ਆਲਸੋ ਅ ਰੋਂਗ ਥਿੰਗ। ਉਸ ਪੇਸ਼ੈਂਟ ਦਾ ਉਹਨੂੰ ਫੋਨ ਤੇ ਮੈਸੇਜ ਹੀ ਨਹੀਂ ਆਇਆ। ਜੇ ਅਸੀਂ ਉਹਦਾ ਸੈਂਪਲ ਲਿਆ ਹੋਏ, ਉਹਦਾ ਪੋਰਟਲ ਤੇ ਚੜਿਆ ਹੋਏ, ਤੇ ਪੇਸ਼ੈਂਟ ਦੇ ਫੋਨ ਤੇ ਮੈਸੇਜ ਆ ਜਾਂਦਾ। ਉਹਦੇ ਫੋਨ ਤੇ ਕੋਈ ਮੈਸੇਜ ਨਹੀਂ ਹੈ, ਉਹਦੇ ਸਾਡੀ ਰਜਿਸਟਰ ਵੀ ਐਂਟਰੀ ਨਹੀਂ ਹੈ। ਸੋ ਵੀ ਕਾਂਟ ਸੇ ਕਿ ਉਹ ਕੀ ਨਹੀਂ। ਜਸਮੀਤ ਜੀ, ਪੇਸ਼ੈਂਟ ਕਹਿ ਰਿਹਾ ਕਿ ਉਸਨੇ ਆਪਣਾ ਟੈਸਟ ਕਰਵਾਇਆ ਹੈ, ਤਾਂ ਹਸਪਤਾਲ ਪ੍ਰਸ਼ਾਸਨ ਜੋ ਕਹਿ ਰਿਹਾ ਕਿ ਮੰਨ ਰਿਹਾ ਕਿ ਸਾਡੇ ਡਾਕਟਰਾਂ ਦੀ ਲਾਪਰਵਾਹੀ ਹੈ। ਦੇਖੋ, ਮੇਰੀ ਗੱਲ ਸੁਣੋ, ਉੱਥੇ ਇੰਨੇ ਟੈਸਟ ਹੁੰਦੇ ਆ ਰੋਜ਼ ਸਾਡੇ ਅਰਾਊਂਡ ਅਬਾਊਟ 800 ਟੈਸਟ ਹੁੰਦੇ ਆ, ਸਾਰਿਆਂ ਦੀਆਂ ਰਿਪੋਰਟਸ ਆਉਂਦੀਆਂ, बट इस पेशेंट की कितने एंट्री नहीं शो हो रही और ना ही वो फोन पे मैसेज आया। तो मैसेज नहीं है दैट मींस कि ਉਹਦਾ सैंपल ਜਿਹੜਾ ਹੈ ਉਹ पोर्टल ਤੇ नहीं ਚੜਿਆ। सो आई डोंट नो। बाकी ਉਹਨੇ ਬਹੁਤ ਵਾਰੀ ਇਹਨਾਂ ਨੇ ਕਿਹਾ ਕਿ ਅਸੀਂ ਤੇਰਾ सैंपल ਮਿਸ ਹੋ ਗਿਆ ਜਾਂ ਕਿ ਨਹੀਂ ਦਿੱਤਾ, ਰਾਈਟ, ਵਟਐਵਰ ਇਟ ਇਜ਼, ਤਾਂ ਅਸੀਂ ਦੁਬਾਰਾ ਲੈਣੇ, ਬਟ ਉਹਦੇ सैंपल ਵੀ ਦੁਬਾਰਾ ਨਹੀਂ ਦਿੱਤੇ ਹੀ ਨਹੀਂ। ਪਰ ਕਿਤੇ ਨਾ ਕਿਤੇ ਤੁਸੀਂ ਮੰਨਦੇ ਹੋ ਕਿ ਕੁਤਾਹੀ ਤਾਂ ਜ਼ਰੂਰ ਹੈ, ਲਾਪਰਵਾਹੀ ਤਾਂ ਜ਼ਰੂਰ ਹੈ? ਲਾਪਰਵਾਹੀ ਨਹੀਂ ਹੈ, ਬਿਕੋਜ਼ ਸਾਰਿਆਂ ਦੀ ਐਂਟਰੀ ਰਜਿਸਟਰ ਤੇ ਹੁੰਦੀ ਹੈ, ਸਾਰੇ ਪੋਰਟਲ ਤੇ ਚੜਦੇ ਨੇ, ਮੈਸੇਜ ਆਉਂਦੇ ਨੇ ਪੇਸ਼ੈਂਟਸ ਨੂੰ। ਉਸ ਮੈਸੇਜ ਤੋਂ ਬਾਅਦ ਜਦੋਂ ਰਿਪੋਰਟ ਆ ਜਾਂਦੀ ਹੈ ਉਹਦਾ ਵੀ ਮੈਸੇਜ ਪੇਸ਼ੈਂਟ ਨੂੰ ਜਾਂਦਾ ਪੋਜ਼ਿਟਿਵ ਨੈਗੇਟਿਵ। ਸੋ ਆਈ ਡੋਂਟ ਥਿੰਕ ਕਿ ਕਿਤੇ ਕੋਈ ਕੁਤਾਹੀ ਹੈ। ਤਾਂ ਕਿੰਨੇ ਬੈੱਡ ਦਾ ਆਈਸੋਲੇਸ਼ਨ ਵਾਰਡ ਹੈ ਤੁਹਾਡਾ, ਜਾਨਣਾ ਚਾਹਾਂਗੇ? ਸਾਡੇ ਕੋਲ ਬੈੱਡ ਹੈਗਾ ਕਪੂਰਥਲਾ ਵਿੱਚ ਤੇ 50 ਬੈੱਡ ਹੈਗਾ ਫੁੱਲਾ ਚ। ਇਵਨ ਲੱਗਦਾ ਹੈ ਕਿ ਸਫੀਸ਼ੀਐਂਟ ਹੈ? ਹਾਂਜੀ, ਹਲੇ ਅਸੀਂ ਸਟਾਰਟ ਨਹੀਂ ਕੀਤਾ ਬਿਕੋਜ਼ ਸਾਡਾ ਹਲੇ ਇਹੀ ਫੁੱਲ ਨਹੀਂ ਹੋਇਆ। ਅਦਰਵਾਈਜ਼ ਸੈਲਫ ਸਫੀਸ਼ੀਐਂਟ ਹੈ, ਸਭ ਕੁਝ ਹੈ। ਔਰ ਇੱਕ ਪੇਸ਼ੈਂਟ ਦੇ ਵਿੱਚ ਜਿਹਦੀ ਤੁਸੀਂ ਗੱਲ ਕਰ ਰਹੇ ਹੋ, ਇਹਨੂੰ ਆਕਸੀਜਨ ਸਿਲੰਡਰ, ਆਕਸੀਜਨ ਸਪਲਾਈ ਸਾਰੀ ਕਾਰਜ ਲਗਾ ਕੇ ਜਦੋਂ ਇਹਨੂੰ ਐਂਬੂਲੈਂਸ ਸ਼ਿਫਟ ਕੀਤਾ ਗਿਆ, ਉਹਦੇ ਵਿੱਚ ਵੀ ਆਕਸੀਜਨ ਤੇ ਸਿੱਧਾ ਹੀ ਚਲੇ ਗਿਆ। ਸੋ ਕੋਈ ਕੁਤਾਹੀ ਕਿਤੇ ਵੀ ਨਹੀਂ ਹੋਈ। ਹੀ ਵਾਜ਼ ਵੈਲ ਐਂਡ
ਡਾਕਟਰ ਜਸਮੀਤ ਸ਼ੁਕਰੀਆ ਨਿਊਜ਼ 18 ਪੰਜਾਬ ਦੇ ਨਾਲ ਗੱਲਬਾਤ ਕਰਨ ਦੇ ਲਈ। ਤਾਂ ਸਿੱਧੇ ਤੌਰ ਤੇ ਸੀਐਮਓ ਦੇ ਵੱਲੋਂ ਸਾਫ਼ ਤੌਰ ਤੇ ਇਨਕਾਰ ਕਰ ਦਿੱਤਾ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਲਾਪਰਵਾਹੀ ਨਹੀਂ ਵਰਤੀ ਗਈ ਹੈ। ਦੋਵਾਂ ਮਾਮਲਿਆਂ ਦੇ ਵਿੱਚ ਉਹਨਾਂ ਨੇ ਆਪਣਾ ਪੱਲਾ ਝਾੜ ਲਿਆ ਤੇ ਕਿਹਾ ਹੈ ਕਿ ਕੋਈ ਕੁਤਾਹੀ ਨਹੀਂ ਹੋਈ ਹੈ, ਕਿਸੇ ਤਰ੍ਹਾਂ ਦੀ ਕੋਈ ਲਾਪਰਵਾਹੀ ਨਹੀਂ ਹੋਈ ਹੈ। ਜਿਸ ਵਿਅਕਤੀ ਦੀ ਰਿਪੋਰਟ 20 ਦਿਨ ਤੋਂ ਨਹੀਂ ਆਈ ਹੈ ਉਸ ਦਾ ਟੈਸਟ ਹੀ ਨਹੀਂ ਹੋਇਆ ਹੈ। ਜਗਜੀਤ ਅੰਜੂ ਮੇਰੇ ਸਹਿਯੋਗੀ ਜੁੜੇ ਹੋਏ ਨੇ। ਤਾਂ ਜਗਜੀਤ, ਸੁਣਿਆ ਹੋਵੇਗਾ ਤੁਸੀਂ ਸੀਐਮਓ ਮੈਡਮ ਤਾਂ ਸਿੱਧੇ ਤੌਰ ਤੇ ਸਾਰੇ ਇਲਜ਼ਾਮ ਜਿਹੜੇ ਲੱਗ ਰਹੇ ਨੇ ਹਸਪਤਾਲ ਤੇ ਜਾਂ ਪ੍ਰਸ਼ਾਸਨ ਤੇ ਉਹਨਾਂ ਤੋਂ ਪੱਲਾ ਝਾੜ ਰਹੇ ਨੇ। ਬਿਲਕੁਲ ਅਮਰ, ਜੇ ਗੱਲ ਕੀਤੀ ਜਾਵੇ ਤਾਂ ਜੋ ਸਾਡੇ ਕਪੂਰਥਲਾ ਦਾ ਸਿਵਲ ਪ੍ਰਸ਼ਾਸਨ ਹੈ, ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਆਪਣੇ ਆਪ ਨੂੰ ਕੁਆਰੰਟਾਈਨ ਦਾ ਕਹਿ ਕੇ ਮੀਡੀਆ ਨਾਲ ਗੱਲ ਕਰਨ ਤੋਂ ਇਨਕਾਰ ਕੀਤਾ ਹੋਇਆ ਹੈ। ਜੇ ਗੱਲ ਜਿਹੜੀ ਗਗਨ ਦੀ ਕੀਤੀ ਜਾ ਜਿਹਦੀ ਮੌਤ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਜਦੋਂ ਉਹਨੂੰ ਇਹ ਪੋਜ਼ਿਟਿਵ ਦੇ ਦਿੱਤਾ ਜਾਂਦਾ ਵਾ ਤਾਂ ਉਸ ਤੋਂ ਬਾਅਦ ਉਸ ਨੂੰ ਐਂਬੂਲੈਂਸ ਨਹੀਂ ਹਸਪਤਾਲ ਵੱਲੋਂ ਮਿਲਦੀ। ਉਹਦੇ ਪਰਿਵਾਰ ਵੱਲੋਂ ਇੱਕ ਮੰਦਿਰ ਦੀ ਐਂਬੂਲੈਂਸ ਦੇ ਤੌਰ ਤੇ ਉੱਪਰ ਉਹਨੂੰ ਜਲੰਧਰ ਦੇ ਹਸਪਤਾਲ ਵਿੱਚ ਪਹੁੰਚਾਇਆ ਜਾਂਦਾ ਵਾ। ਉਹ ਜਿੱਥੇ ਸਰਕਾਰ ਦੀ ਗੱਲ ਕੀਤੀ ਜਾਵੇ, ਸਰਕਾਰ ਦੀਆਂ ਸਖਤ ਹਦਾਇਤਾਂ ਨੇ ਕਿ ਇਹ ਅਗਰ ਕੋਈ ਕੋਵਿਡ ਦਾ ਮਰੀਜ਼ ਆਉਂਦਾ ਹੈ ਤਾਂ ਕੋਈ ਵੀ ਜਿਹੜਾ ਹਸਪਤਾਲ ਆ ਉਹਨੂੰ ਲੈਣ ਤੋਂ ਮਨਾ ਨਹੀਂ ਕਰੇਗਾ, ਲੇਕਿਨ ਉਹ ਹਸਪਤਾਲ ਨੂੰ ਉੱਥੇ ਵੀ ਮਰੀਜ਼ ਨੂੰ ਉੱਥੇ ਬੈੱਡ ਨਹੀਂ ਮਿਲਦਾ। ਉਸ ਤੋਂ ਬਾਅਦ ਉਹਨੂੰ ਇੱਕ ਪ੍ਰਾਈਵੇਟ ਹਸਪਤਾਲ ਪਹੁੰਚਾਇਆ ਜਾਣਾ ਸੀ, ਲੇਕਿਨ ਉਹਦੀ ਰਸਤੇ ਵਿੱਚ ਮੌਤ ਹੋ ਜਾਂਦੀ ਹੈ। ਇਹ ਪਰਿਵਾਰ ਦੇ ਆਰੋਪ ਨੇ ਕਿ ਉਹਨਾਂ ਨੂੰ ਜਿਹੜਾ ਵਾ ਕਿ ਕਪੂਰਥਲਾ ਹਸਪਤਾਲ ਵੱਲੋਂ ਐਂਬੂਲੈਂਸ ਤੱਕ ਪ੍ਰੋਵਾਈਡ ਨਹੀਂ ਕਰਵਾਈ ਗਈ ਕਿ ਉਹ ਮਰੀਜ਼ ਨੂੰ ਲੈ ਸਕਣ। ਅਗਰ ਦੂਜੇ ਮਾਮਲੇ ਦੀ ਗੱਲ ਕੀਤੀ ਜਾਵੇ ਜਿਹਦੇ ਵਿੱਚ ਮਨੋਜ ਜਿਹੜਾ ਵਾ ਉਹਦਾ ਆਰੋਪ ਹੈਗਾ ਕਿ ਉਹਨੇ 5 ਅਗਸਤ ਨੂੰ ਇੱਕ ਆਪਣਾ ਟੈਸਟ ਕਰਵਾਇਆ ਸੀ ਔਰ ਉਹਦੀ ਰਿਪੋਰਟ ਵੀ ਜਿਹੜੀ ਆ ਉਸ ਨੂੰ ਨਹੀਂ ਮਿਲੀ। ਉਹ ਬਾਰ-ਬਾਰ ਚੱਕਰ ਕੱਟ ਰਿਹਾ ਤਾਂ ਉਹਨੂੰ ਦੁਬਾਰਾ ਕਿਹਾ ਜਾਂਦਾ ਹੈ ਕਿ ਇਹ ਤੁਸੀਂ ਦੁਬਾਰਾ ਟੈਸਟ ਕਰਾਓ। ਉਹ ਦੂਸਰੀ ਵਾਰ ਵੀ ਟੈਸਟ ਕਰਵਾਇਆ ਜਾਂਦਾ ਹੈ। ਹਾਲਾਂਕਿ ਜਿਹੜੇ ਸੀਐਮਓ ਨੇ ਜਸਮੀਤ ਬਾਵਾ ਨੇ ਕਿਹਾ ਹੈ ਕਿ ਉਹਦੇ ਮੋਬਾਈਲ ਦੇ ਉੱਪਰ ਮੈਸੇਜ ਨਹੀਂ ਆਇਆ, ਲੇਕਿਨ ਜਦੋਂ ਉਸ ਮਰੀਜ਼ ਨੂੰ ਇਹ ਲੱਗ ਰਿਹਾ ਸੀ ਕਿ ਉਹਨੂੰ ਕੋਈ ਪ੍ਰੋਬਲਮ ਹੋ ਸਕਦੀ ਹੈ, ਉਹ ਆਪਣਾ ਟੈਸਟ ਕਰਵਾਉਣ ਲਈ ਪਹੁੰਚਿਆ ਵਾ ਤਾਂ ਮੋਬਾਈਲ ਦੇ ਉੱਪਰ ਮੈਸੇਜ ਨਾ ਆਉਣਾ ਜਾਂ ਕੋਈ ਵੀ ਜਿਹੜੀ ਲਾਪਰਵਾਹੀ ਆ ਉਸ ਮਰੀਜ਼ ਦੀ ਨਹੀਂ ਹੈ ਔਰ ਨਾ ਹੀ ਉਹਨੂੰ ਕੁਆਰੰਟਾਈਨ ਕੀਤਾ ਗਿਆ, ਨਾ ਹੀ ਅਗਰ ਰਿਪੋਰਟ ਜਿਹੜੀ ਆ 15 ਤੋਂ 20 ਦਿਨ ਨਹੀਂ ਆਉਂਦੀ ਪਈ ਤਾਂ ਇਹਦੇ ਵਾਸਤੇ ਜਿਹੜੀ ਜ਼ਿੰਮੇਵਾਰੀ ਜਿਹੜੀ ਉਸ ਮਰੀਜ਼ ਦੀ ਨਹੀਂ ਬਣਦੀ, ਇਸ ਸਿਵਲ ਹਸਪਤਾਲ ਦੀ ਬਣਦੀ ਹੈ, ਜਿਸ ਤੋਂ ਬੇਸ਼ੱਕ ਉਹ ਪੱਲਾ ਝਾੜਦੇ ਪਏ ਨੇ ਜੀ। ਬਿਲਕੁਲ ਜਗਜੀਤ, ਸਿੱਧੇ ਤੌਰ ਤੇ ਜ਼ਿੰਮੇਵਾਰੀ ਹਸਪਤਾਲ ਪ੍ਰਸ਼ਾਸਨ ਦੀ ਬਣਦੀ ਹੈ। ਜੇਕਰ ਟੈਸਟ ਨਹੀਂ ਹੋਇਆ ਤੇ ਇਸ ਦੀ ਜਾਣਕਾਰੀ ਵੀ ਖੁਦ ਦਿੱਤੀ ਜਾਣੀ ਚਾਹੀਦੀ ਹੈ ਕਿ ਟੈਸਟ ਨਹੀਂ ਹੋ ਪਾਇਆ, ਦੁਬਾਰਾ ਟੈਸਟ ਉਸ ਮਰੀਜ਼ ਦਾ ਕੀਤਾ ਜਾਵੇਗਾ। ਖੈਰ, ਸ਼ੁਕਰੀਆ ਜਗਜੀਤ ਫਿਲਹਾਲ ਇਸ ਸਾਰੀ ਜਾਣਕਾਰੀ ਦੇ ਲਈ। ਤਾਂ ਇੱਕ ਪਾਸੇ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਹਸਪਤਾਲ ਪ੍ਰਸ਼ਾਸਨ ਤਾਂ ਦੂਜੇ ਪਾਸੇ ਸੀਐਮਓ ਦੇ ਵੱਲੋਂ ਸਾਰੇ ਹੀ ਇਲਜ਼ਾਮਾਂ ਤੋਂ ਪੱਲਾ ਝਾੜਿਆ ਜਾ ਰਿਹਾ ਹੈ ਤੇ ਸਾਫ਼ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਹਸਪਤਾਲ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ, ਕੋਈ ਲਾਪਰਵਾਹੀ ਨਹੀਂ ਵਰਤੀ ਜਾ ਰਹੀ।